ਬੜੀ ਜਲਦੀ ਮੈਂ ਤੁਸੀਂ ਭੈਣ ਜੀ ਬੁਰਾ ਨਾ ਮੰਨਿਓ, ਮੈਨੂੰ ਲੱਗਦਾ 20 ਕੁ ਦਿਨ ਦੇ ਅੰਦਰ ਅੰਦਰ ਨਰਿੰਦਰ ਭਾਈ ਮੋਦੀ ਔਰ ਅਮਿਤ ਸ਼ਾਹ ਨੇ ਇਹ ਸਮੱਸਿਆ ਹੱਲ ਕਰ ਦੇਣੀ ਹੈ ਕਿਸਾਨਾਂ ਦੀ। ਤੇ ਟ੍ਰੇਨ ਮਿਸ ਹੋ ਗਈ ਇਹ ਗੱਲ ਬਰੀਫਿੰਗ ਕਰਨ ਦੀ ਨਰਿੰਦਰ ਮੋਦੀ ਜੀ ਨੂੰ ਅਮਿਤ ਸ਼ਾਹ ਨੂੰ, ਅਦਰਵਾਈਜ਼ ਇਹ ਅੰਦੋਲਨ ਇਤਨਾ ਲੰਬਾ ਨਹੀਂ ਚੱਲ ਸਕਦਾ ਸੀ। ਲੋਕੀ ਕਿਸਾਨਾਂ ਦੇ ਭੜਕਾਊ ਬਿਆਨ ਦਿੰਦੇ ਨੇ, ਉਹਨਾਂ ਤੱਕ ਮੇਰੀ ਪਹੁੰਚ ਨਹੀਂ ਹੈਗੀ, ਉਹ ਬੜੇ ਵੱਡੇ ਲੀਡਰ ਨੇ। ਅੰਦੋਲਨ ਇਜ਼ ਗੋਇੰਗ ਟੂ ਬੀ फिनिश्ड, ये अंदोलन खत्म हो रहा है, मेरी अंतरात्मा कह रही है, और मोदी और अमित शाह की जोड़ी ने खत्म करना चाहिए। डोनेट कार्ड और वॉइस ऑफ स्लम जुड़कर दिल्ली और नोएडा के स्लम्स में गरीबों को फ्री ऑक्सीजन सप्लाईज प्रोवाइड करने का प्रयास कर रहे हैं। डिस्क्रिप्शन में दिए हुए लिंक पर जाकर डोनेट कार्ड पे अभी डोनेट करें, इन गरीब परिवारों का सहारा बने। सत श्री अकाल, मैं हर्षदीप कौर, तुसीं देख रहे हो पंजाब तक। ਪੰਜਾਬ ਕਾਂਗਰਸ ਤੋਂ ਬਾਅਦ ਪੰਜਾਬ ਬੀਜੇਪੀ 'ਚ ਵੀ ਡੋਲਾ ਚੱਲ ਰਿਹਾ ਹੈ। ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਬੀਜੇਪੀ ਦੇ ਲੀਡਰ ਵੰਡੇ ਹੋਏ ਵਿਖ ਰਹੇ ਨੇ। 2022 ਦੀਆਂ ਚੋਣਾਂ ਤੋਂ ਪਹਿਲਾਂ ਬੀਜੇਪੀ ਦੇ ਕੁਝ ਲੀਡਰਾਂ ਨੂੰ ਕਿ ਸੱਚਮੁੱਚ ਕਿਸਾਨਾਂ ਦੀ ਫਿਕਰ ਹੈ ਜਾਂ ਫਿਰ ਇਹ ਸਭ ਕੁਝ ਵੋਟਾਂ ਦੇ ਲਈ ਹੋ ਰਿਹਾ ਹੈ। ਪੰਜਾਬ ਬੀਜੇਪੀ ਦੇ ਸੀਨੀਅਰ ਲੀਡਰ ਮਾਸਟਰ ਮੋਹਨ ਲਾਲ ਜੀ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਤੁਹਾਡਾ ਸਵਾਗਤ ਹੈ ਪੰਜਾਬ ਤੱਕ 'ਚ। ਜੀ ਮਿਹਰਬਾਨੀ ਜੀ, ਮਿਹਰਬਾਨੀ, ਤੁਹਾਡੀ ਕਿਰਪਾ। ਜੀ ਸਰ, ਕਿਸਾਨਾਂ ਦੇ ਮੁੱਦੇ ਤੇ ਤੁਹਾਡਾ ਸਟੈਂਡ ਕੀ ਹੈ? ਕਿਸਾਨਾਂ ਦੇ ਮੁੱਦੇ ਤੇ ਭਾਰਤੀ ਜਨਤਾ ਪਾਰਟੀ ਦਾ ਔਰ ਮੇਰਾ ਵਿਸ਼ੇਸ਼ ਕਰਕੇ ਪਿਛਲੇ 4 ਮਹੀਨੇ ਤੋਂ ਇਹ ਸਟੈਂਡ ਹੈ ਕਿ ਇਹ ਡੈਡਲੌਕ, ਦਿਸ ਡੈਡਲੌਕ ਇਜ਼ ਨਾਟ ਇਨ ਦੀ ਇੰਟਰਸਟ ਆਫ ਦੀ ਕੰਟਰੀ। ਕਿਸਾਨਾਂ ਦੇ ਅੰਦੋਲਨ 'ਚ ਜਿਹੜਾ ਡੈਡਲੌਕ ਪੈਦਾ ਹੋਇਆ ਹੈ, ਇਹ ਦੇਸ਼ ਦੇ ਹਿੱਤ 'ਚ ਨਹੀਂ ਹੈ, ਸਮਾਜ ਦੇ ਹਿੱਤ 'ਚ ਨਹੀਂ ਹੈ, ਕਿਸਾਨਾਂ ਦੇ ਹਿੱਤ 'ਚ ਨਹੀਂ ਹੈ, ਔਰ ਕੇਂਦਰ ਸਰਕਾਰ ਦੇ ਹਿੱਤ 'ਚ ਨਹੀਂ ਹੈ, ਔਰ ਪੰਜਾਬ ਬੀਜੇਪੀ ਦੇ ਹੱਥ 'ਚ ਵੀ ਨਹੀਂ ਹੈ। ਇਸ ਕਰਕੇ ਮੈਂ ਪਿਛਲੇ 4 ਮਹੀਨੇ ਤੋਂ ਕਹਿ ਰਿਹਾ ਕਿ ਡੈਡਲੌਕ ਤੋੜੋ, ਵਾਰਤਾਲਾਪ ਦੀ ਟੇਬਲ ਤੇ ਕਿਸਾਨਾਂ ਨੂੰ ਲਿਆਓ। ਪੰਜਾਬ ਸਰਕਾਰ ਵੀ ਕੋਸ਼ਿਸ਼ ਕਰੇ, ਪੰਜਾਬ ਭਾਰਤੀ ਜਨਤਾ ਵੀ ਪਾਰਟੀ ਕੋਸ਼ਿਸ਼ ਕਰੇ, ਔਰ ਕੇਂਦਰ ਸਰਕਾਰ ਵੀ ਕੋਸ਼ਿਸ਼ ਕਰੇ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸਾਨਾਂ ਨੂੰ ਟੇਬਲ ਦੇ ਟਾਕ ਦੇ ਉੱਤੇ ਲਿਆਓ। ਇਹ ਦੇਸ਼ ਦਾ ਹਿੱਤ 'ਚ ਹੈ ਜੀ। ਕਿਸਾਨ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਚੁੱਕੇ ਨੇ, ਤੁਸੀਂ ਵੀ ਪੜ੍ਹੀ ਹੋਵੇਗੀ, ਪਰ ਅੱਗੋਂ ਜਵਾਬ ਨਹੀਂ ਆਇਆ। ਸੋ ਮੁਸ਼ਕਲ ਕਿੱਥੇ ਰਹਿ ਰਹੀ ਹੈ? ਮੈਂ ਇਹ ਕਹਿ ਰਿਹਾ ਜੀ ਕਿ ਪ੍ਰਧਾਨ ਮੰਤਰੀ ਜੀ ਇੱਕ ਸੁਯੋग्य ਪ੍ਰਧਾਨ ਮੰਤਰੀ ਇਸ ਭਾਰਤ ਦੇਸ਼ ਦੇ ਨੇ। ਅਮਿਤ ਸ਼ਾਹ ਔਰ ਨਰਿੰਦਰ ਮੋਦੀ ਜੀ ਦੀ ਜੋੜੀ ਨੇ ਅਸੰਭਵ ਨੂੰ ਸੰਭਵ ਕਰਕੇ ਇਸ ਦੇਸ਼ 'ਚ ਰੱਖਿਆ। ਮੈਨੂੰ ਲੱਗਦਾ ਹੈ ਕਿਤੇ ਟ੍ਰੇਨ ਮਿਸ ਹੋ ਗਈ ਹੈ, ਔਰ ਆਪਣੇ ਇਹਨਾਂ ਦੋਨੇ ਸਮਾਦਰਨੀय ਲੀਡਰ ਨੂੰ ਪੰਜਾਬ ਭਾਰਤੀ ਜਨਤਾ ਪਾਰਟੀ ਬਰੀਫ ਨਹੀਂ ਕਰ ਸਕੀ ਹੋਏਗੀ। ਠੀਕ, ਪਰ ਬਿਲਕੁਲ ਜਿਹੜਾ ਹੁਣ ਜੀ ਕੀ ਅਸੰਭਵ ਨੂੰ ਸੰਭਵ ਕੀਤਾ ਹੈ। ਤੁਸੀਂ ਆਪ ਦੇਖੋ, ਹਾਲ ਤੁਹਾਨੂੰ ਪਤਾ ਹੈ 6 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਕਿਸਾਨ ਦਿੱਲੀ ਦੇ ਦਰਵਾਜ਼ੇ ਤੇ ਬੈਠੇ ਨੇ। ਜੂਨ ਦਾ ਮਹੀਨਾ ਚੱਲ ਰਿਹਾ ਹੈ, ਗਰਮੀ ਬਾਹਰ ਦੇਖੋ ਕਿੰਨੀ ਹੈ, ਸੜਕਾਂ ਤੇ ਉਹ ਰੁਲ ਰਹੇ ਨੇ। ਬੀਜੇਪੀ ਇਸ ਦਾ ਹੱਲ ਕੱਢ ਨਹੀਂ ਪਾ ਰਹੀ। ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ, ਖੁਦ ਨੂੰ ਇੰਨਾ ਪਾਵਰਫੁਲ ਮੰਨਦੇ ਨੇ, ਮੁੱਦੇ ਦਾ ਹੱਲ ਕਿਉਂ ਨਹੀਂ ਹੋ ਪਾ ਰਿਹਾ? ਕੀ ਕਮੀ ਹੈ ਤੁਹਾਡੀ ਪਾਰਟੀ 'ਚ? ਦੇਖੋ, ਮੈਨੂੰ ਕੋਈ ਪਾਰਟੀ 'ਚ ਕਮੀ ਨਜ਼ਰ ਨਹੀਂ ਆਉਂਦੀ। ਮੈਂ ਤੁਹਾਨੂੰ ਬੜੇ ਅਦਬ ਨਾਲ ਇਹ ਅਰਜ਼ ਕਰਨਾ ਚਾਹੁੰਦਾ, ਪੰਜਾਬ ਭਾਰਤੀ ਜਨਤਾ ਪਾਰਟੀ ਨੇ ਮੇਰੀਆਂ ਜੋ ਐਟਰੀਬਿਊਸ਼ਨਸ ਟੈਲੀਵਿਜ਼ਨ 'ਚ ਟਿਟਬਿਟਸ ਹੋਈਆਂ ਨੇ, ਉਹਨਾਂ ਨੂੰ ਸਵੀਕਾਰ ਕਰਕੇ ਇੱਕ ਟੀਮ ਬਣਾਤੀ ਹੈ ਕਿ ਅਸੀਂ ਕਿਸਾਨਾਂ ਦੇ ਕੋਲ ਜਾਂਦੇ ਹਾਂ, ਕਿਸਾਨਾਂ ਨੂੰ ਕਹਿੰਦੇ ਹਾਂ ਲਓ ਭਾਈ ਅਸੀਂ ਜੇ ਆ ਚਲੋ ਸਾਡੇ ਨਾਲ ਜਿੱਥੇ ਚੱਲਣਾ ਅਸੀਂ ਤੁਹਾਡੀ ਗੱਲ ਮੁਕਾਉਂਦੇ ਹਾਂ। ਇਹ 3 ਆਦਮੀ ਦੀ ਕਮੇਟੀ ਬਣੀ ਹੈ ਕੱਲ ਹੀ। ਮੈਂ ਸਮਝਦਾ ਬੜੀ ਵੱਡੀ ਹਿਰਦੇ ਪਰਿਵਰਤਨ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦਾ, ਔਰ ਇਹ ਕਿਸਾਨਾਂ ਦੇ ਹਿੱਤ 'ਚ ਗੱਲ ਜਾਏਗੀ। ਔਰ ਬੜੀ ਜਲਦੀ ਮੈਂ ਤੁਸੀਂ ਭੈਣ ਜੀ ਬੁਰਾ ਨਾ ਮੰਨਿਓ, ਮੈਨੂੰ ਲੱਗਦਾ 20 ਕੁ ਦਿਨ ਦੇ ਅੰਦਰ ਅੰਦਰ ਨਰਿੰਦਰ ਭਾਈ ਮੋਦੀ ਔਰ ਅਮਿਤ ਸ਼ਾਹ ਨੇ ਇਹ ਸਮੱਸਿਆ ਹੱਲ ਕਰ ਦੇਣੀ ਹੈ ਕਿਸਾਨਾਂ ਦੀ। ਮਤਲਬ ਤੁਹਾਨੂੰ ਕਿਸਾਨਾਂ ਦੇ 20 ਦਿਨ ਦੇ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਿਤ ਸ਼ਾਹ ਦੀ ਕਿਸਾਨਾਂ ਦੇ ਨਾਲ ਮੀਟਿੰਗ ਹੋ ਜਾਏਗੀ, ਇਹ ਤੁਸੀਂ ਕਹਿ ਰਹੇ ਹੋ? ਬੀਜੇਪੀ ਦੇ ਲੀਡਰ ਸੰਭਾਵਨਾ ਹੈ ਕਿਉਂਕਿ ਇਹ ਅੰਦੋਲਨ ਦੇਸ਼ ਦੇ ਹਿੱਤ 'ਚ ਨਹੀਂ ਜਾ ਰਿਹਾ, ਕਿਸਾਨਾਂ ਦੇ ਹਿੱਤ 'ਚ ਜਾ ਰਿਹਾ। ਖੇਤ ਖਾਲੀ ਪਏ ਨੇ, ਕਿਸਾਨ ਸੜਕਾਂ ਤੇ ਨੇ। ਇਹ ਤੇ ਕਦੇ ਨਹੀਂ ਨਾ ਹੋ ਸਕਦਾ ਕਿਸਾਨ ਸੜਕਾਂ ਤੇ ਰੁਲਦੇ ਰਹਿਣ ਔਰ ਖੇਤ ਬੇਕਾਰ ਸੁੰਨਸਾਨ ਪਏ ਹੋਣ। ਇਹ ਕਿਸਾਨਾਂ ਦੇ ਹਿੱਤ 'ਚ ਵੀ ਨਹੀਂ ਹੈ, ਖੇਤਾਂ ਦੇ ਹਿੱਤ 'ਚ ਵੀ ਨਹੀਂ ਹੈ, ਸਰਕਾਰ ਦੇ ਹਿੱਤ 'ਚ ਵੀ ਨਹੀਂ ਹੈ। ਮੈਂ ਇਹ ਬਾਰ-ਬਾਰ ਬੇਨਤੀ ਭਾਰਤੀ ਜਨਤਾ ਪਾਰਟੀ ਨੂੰ ਕਰ ਰਿਹਾ। ਇੱਕ ਹੋਰ ਅਰਜ਼ ਤੁਹਾਨੂੰ ਮੈਂ ਕਰਾਂ, ਜਦੋਂ ਇਹ ਅੰਦੋਲਨ ਪੰਜਾਬ 'ਚ ਹੀ ਸੀਗਾ, 4 ਦਿਨ ਹੋਇਆ ਸੀ ਚਲੇ ਦੇ, ਉਸ ਵੇਲੇ ਵੀ ਪੰਜਾਬ ਦੀ ਬੀਜੇਪੀ ਨੂੰ ਮੈਂ ਇਹ ਗੱਲ ਕਿਹਾ ਸੀ ਕਿ ਜੋ ਅੰਦੇਸ਼ਾ ਮੈਨੂੰ ਨਜ਼ਰ ਆ ਰਿਹਾ ਹੈ, ਇਹ ਅੰਦੋਲਨ ਜਲਦੀ ਮੁਕਾ ਲਓਗੇ ਤੇ ਠੀਕ ਹੈ। ਉਸ ਵੇਲੇ ਮੈਂ ਤੋਮਰ ਸਾਹਿਬ ਨਾਲ ਵੀ ਗੱਲ ਕੀਤੀ, ਤੋਮਰ ਸਾਹਿਬ ਨੇ ਬੜੀ ਜਨਰਾਸ਼ੀ ਦੱਸੀ, ਔਰ ਰਾਜੇਵਾਲ ਸਾਹਿਬ, ਲੱਖੋਵਾਲ ਸਾਹਿਬ ਨਾਲ
ਕਿਸਾਨਾਂ ਦੇ ਬਾਕੀ ਲੀਡਰ ਨਾਲ ਮੇਰੀ ਉਸ ਵੇਲੇ 4 ਦਿਨ ਹੀ ਅੰਦੋਲਨ ਸ਼ੁਰੂ ਹੋਇਆ ਸੀ ਤੇ ਗੱਲਬਾਤ ਕਰਨਾ ਸ਼ੁਰੂ ਕਰ ਦਿੱਤੀ। ਪਰ ਪਤਾ ਨਹੀਂ ਕੀ ਕਾਰਨ ਹੋਇਆ, 11-12 ਵਾਰੀ ਮੀਟਿੰਗਸ ਹੋਣ ਦੇ ਬਾਵਜੂਦ ਵੀ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੋਇਆ ਔਰ ਜਨਵਰੀ 22 ਤੋਂ ਬਾਅਦ ਐਸਾ ਡੈਡਲੌਕ ਪੈਦਾ ਹੋਇਆ ਕਿ ਦੇਸ਼ ਦੇ ਅੰਦਰ ਇੱਕ ਤੂਫਾਨ ਕਿਸਾਨੀ ਅੰਦੋਲਨ ਦਾ ਜਿਹੜਾ ਨੇ ਲੋਕੀ ਆਭਾਸ ਕਰ ਰਹੇ ਨੇ। ਸੋ ਮੋਹਨ ਲਾਲ ਜੀ, ਇਹ ਗਲਤੀ ਤਾਂ ਤੁਸੀਂ ਮੰਨੋਗੇ ਕਿ ਪੰਜਾਬ ਬੀਜੇਪੀ ਦੀ ਲੀਡਰਸ਼ਿਪ ਪੰਜਾਬ ਦੇ ਕਿਸਾਨਾਂ ਦਾ ਪੱਖ ਅੱਗੇ ਦਿੱਲੀ ਹਾਈ ਕਮਾਂਡ ਕੋਲ ਆਪਣੀ ਰੱਖ ਨਹੀਂ ਪਾਈ, ਨਰਿੰਦਰ ਮੋਦੀ ਤੱਕ, ਅਮਿਤ ਸ਼ਾਹ ਤੱਕ ਰੱਖ ਨਹੀਂ ਪਾਈ। ਅਗਰ ਸਹੀ ਤਰੀਕੇ ਨਾਲ ਪੰਜਾਬ ਬੀਜੇਪੀ ਨੇ ਕੰਮ ਕੀਤਾ ਹੁੰਦਾ, ਕਿਸਾਨਾਂ ਦੀ ਸੁਣੀ ਹੁੰਦੀ, ਤਾਂ ਅੱਜ ਕਿਸਾਨ ਸੜਕਾਂ ਤੇ ਬੈਠੇ ਨਾ ਹੁੰਦੇ। ਕਮਾਲ ਹੈ ਜੀ, ਤੁਸੀਂ ਆਪੇ ਬੜੇ ਸਮਝਦਾਰ, ਤੁਸੀਂ ਆਪੇ ਜਵਾਬ ਦੇ ਦਿੱਤਾ। ਬਿਲਕੁਲ ਠੀਕ ਗੱਲ ਹੈ। ਸਮਵੇਅਰ ਦੀ ਟ੍ਰੇਨ ਵਾਸ ਮਿਸਡ ਬਾਈ ਬੀਜੇਪੀ ਪੰਜਾਬ। ਕਿਤੇ ਟ੍ਰੇਨ ਮਿਸ ਹੋ ਗਈ ਇਹ ਗੱਲ ਬਰੀਫਿੰਗ ਕਰਨ ਦੀ ਨਰਿੰਦਰ ਮੋਦੀ ਜੀ ਨੂੰ, ਅਮਿਤ ਸ਼ਾਹ ਨੂੰ। ਅਦਰਵਾਈਜ਼ ਇਹ ਅੰਦੋਲਨ ਇਤਨਾ ਲੰਬਾ ਨਹੀਂ ਚੱਲ ਸਕਦਾ ਸੀਗਾ। ਮੈਂ ਅੱਜ ਵੀ ਸਾਰੇ ਕਿਸਾਨ ਵੀਰਾਂ ਨੂੰ ਕਹਿਣਾ ਚਾਹੁੰਦੇ ਹਾਂ, ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ ਹਿਤੈਸ਼ੀ ਹੈ। ਕਿਸਾਨ ਨੇ ਜਿਹੜੇ ਕਾਨੂੰਨ ਬਣਾਏ ਸੀਗੇ, ਇਹ ਸਾਰੇ ਦੇਸ਼ ਦੇ ਚੀਫ ਮਿਨਿਸਟਰ ਨੇ ਮਿਲ ਕਰਕੇ ਇਹਨਾਂ ਦੇ ਉੱਤੇ ਸਾਰੀਆਂ ਵਾਰਤਾਲਾਪ ਕੀਤੀਆਂ ਤਾਂ ਇਹ ਕਾਨੂੰਨ ਬਣੇ ਸੀ। ਕਾਨੂੰਨ ਇੰਜ ਤੇ ਨਹੀਂ ਬਣ ਗਏ, ਬੜੀ ਦੇਰ ਤੱਕ ਇਹਨਾਂ ਕਾਨੂੰਨਾਂ ਤੇ ਬਹਿਸ ਮੁਬਾਸਾ ਹੁੰਦਾ ਰਿਹਾ ਤਾਂ ਕਾਨੂੰਨ ਬਣੇ ਹੈ। ਔਰ ਜਿਸਲੇ ਇਹ ਲਾਗੂ ਕਰਨ ਦਾ ਵਕਤ ਆਇਆ ਤਾਂ ਉਸ ਵੇਲੇ ਡੈਡਲੌਕ ਪੈਦਾ ਹੋ ਗਏ, ਕਿਸਾਨਾਂ ਨੇ ਮਨਜ਼ੂਰ ਨਹੀਂ ਕੀਤਾ। ਫਿਰ ਵੀ ਸੁਪਰੀਮ ਕੋਰਟ ਨੇ ਇੱਕ ਬੜੀ ਉਦਾਰਤਾ ਦੱਸੀ ਸੀ, ਕਿਸਾਨਾਂ ਨੂੰ ਉਹ ਉਦਾਰਤਾ ਸਵੀਕਾਰ ਕਰ ਲੈਣੀ ਚਾਹੀਦੀ ਸੀ। ਕਿਸਾਨਾਂ ਨੂੰ ਮੈਂ ਅੱਜ ਵੀ ਕਹਿਣਾ ਚਾਹੁੰਦਾ ਤੁਹਾਡੇ ਮਾਧਿਅਮ ਨਾਲ, ਇਹ ਕਿਸਾਨ ਕਾਨੂੰਨ ਲਾਗੂ ਤੇ ਨਹੀਂ ਹੋਇਆ। These acts are kept in abeyance। ਇਹ ਸਥਗਿਤ ਕਰਤੇ ਗਏ ਨੇ ਸੁਪਰੀਮ ਕੋਰਟ ਵੱਲੋਂ 1.5 ਸਾਲ ਲਈ, ਇਹ ਲਾਗੂ ਨਹੀਂ ਹੈਗੇ, ਅੱਜ ਵੀ ਲਾਗੂ ਨਹੀਂ ਹੈਗੇ। ਕਿਸਾਨ ਸਮਝ ਨਹੀਂ ਰਿਹਾ, ਜਦ ਸੁਪਰੀਮ ਕੋਰਟ ਸਰਵੋच्च ਨਿਆਏ ਦੀ ਬਾਡੀ ਨੇ ਅਨਾਉਂਸ ਕਰਤਾ ਹੈ ਕਿ 1.5 ਸਾਲ ਤੱਕ ਇਹ ਕਾਨੂੰਨ ਲਾਗੂ ਨਹੀਂ ਹੋਣਗੇ। 4 ਮੈਂਬਰੀ ਕਮੇਟੀ ਉਹਨਾਂ ਨੇ ਸੁਪਰੀਮ ਕੋਰਟ ਨੇ ਬਣਾ ਦਿੱਤੀ, ਕਮੇਟੀ ਨੇ ਰਿਪੋਰਟ ਦੇ ਦਿੱਤੀ ਔਰ ਕਿਸਾਨ ਸੁਪਰੀਮ ਕੋਰਟ ਦਾ ਇਹਤਰਾਮ ਕਰ ਲੈਂਦੇ। ਉਸ ਵੇਲੇ ਉਹ ਵੀ ਇਹਤਰਾਮ ਨਹੀਂ ਹੋਇਆ। ਚਲੋ ਇਹਤਰਾਮ ਨਹੀਂ ਹੋਇਆ, ਪਰ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਲੀਡਰਸ਼ਿਪ, ਦੇ ਸ਼ੁੱਡ ਹੈਵ ਜੰਪ, ਉਹਨਾਂ ਨੂੰ ਜੰਪ ਕਰਨਾ ਚਾਹੀਦਾ ਸੀ ਕਿ ਇਹ ਅੰਦੋਲਨ ਇੰਨਾ ਲੰਬਾ ਨਾ ਚੱਲ ਜਾਏ। ਤੁਸੀਂ ਭੈਣ ਜੀ ਆਪੇ ਦੱਸੋ, ਜਿਸ ਅੰਦੋਲਨ 'ਚ 500 ਕਿਸਾਨ ਮਰ ਜਾਏ, ਦੇਸ਼ ਦੇ ਲਈ ਕਿੰਨੀ ਮੰਦਭਾਗੀ ਗੱਲ ਹੈ। ਇਹ ਵਿਚਾਰੇ ਬਹੁਤ ਹੀ ਜ਼ਿੰਦਗੀ ਲਾਲਚੀ ਬੇਹੱਦ ਗੱਲ, ਅਸੀਂ ਤਾਂ ਕਹਿ ਰਹੇ ਹਾਂ ਕਿ ਐਸਾ ਹੋਣਾ ਨਹੀਂ ਸੀ ਚਾਹੀਦਾ, ਪਰ ਬੀਜੇਪੀ ਕਿਉਂ ਨਹੀਂ ਸਮਝ ਰਹੀ, ਪ੍ਰਧਾਨ ਮੰਤਰੀ ਕਿਉਂ ਨਹੀਂ ਸਮਝ ਰਹੇ? ਉਹਨਾਂ ਦਾ ਧਿਆਨ ਨਹੀਂ ਹੈ ਕਿ ਇਸ ਅੰਦੋਲਨ ਵੱਲ, ਕਿਉਂਕਿ ਬੀਜੇਪੀ ਦੇ ਲੀਡਰ ਕੁਝ ਐਸੇ ਭੜਕਾਊ ਬਿਆਨ ਦਿੱਤੇ ਨੇ ਜਿਸ ਨੂੰ ਲੈ ਕੇ ਕਿਸਾਨ ਜੋ ਨੇ ਵਿਰੋਧ ਜਤਾਉਂਦੇ ਨੇ। ਸੋ ਕੀ ਲੱਗਦਾ ਇਹ ਕੀ ਚੱਲ ਰਿਹਾ? ਭੈਣ ਜੀ ਮੈਂ ਅਰਜ਼ ਕਰਾਂ, ਜਿਹੜੇ ਵੱਡੇ ਲੀਡਰ ਬਿਆਨ ਦੇ ਰਹੇ ਨੇ ਜੀ, ਉਹਨਾਂ ਤੱਕ ਮੇਰੀ ਪਹੁੰਚ ਨਹੀਂ, ਉਹਨਾਂ ਤੱਕ ਮੈਂ ਕਿੰਤੂ ਵੀ ਨਹੀਂ ਕਰ ਸਕਦਾ। ਮੇਰੇ ਤੋਂ ਬਹੁਤ ਵੱਡੇ ਲੀਡਰ ਨੇ। ਮੈਂ ਤੇ ਇੱਕ ਦਰੀਆਂ ਵਿਛਾਣ ਲਈ ਸਾਰੀ ਜ਼ਿੰਦਗੀ ਮੇਰੀ ਪਾਰਟੀ ਦੀਆਂ ਦਰੀਆਂ ਵਿਛਾਉਂਦੇ ਹੋ ਗਈ। ਪਾਰਟੀ ਦੇ ਵਰਕਰ ਜਿਹੜੇ ਕੋਈ ਛੱਡ ਕੇ ਜਾਂਦੇ, ਉਹਨਾਂ ਦੇ ਕਦਮ ਫੜਦੇ ਹੋ ਗਈ। ਮੈਂ ਤੇ ਲੋਕਾਂ ਦੇ ਅਥਰੂ ਭਜਾਉਂਦੇ ਸਾਰੀ ਜ਼ਿੰਦਗੀ ਗੁਜ਼ਾਰਤੀ। ਔਰ ਜਿਹੜੇ ਲੋਕੀ ਕਿਸਾਨਾਂ ਦੇ ਭੜਕਾਊ ਬਿਆਨ ਦਿੰਦੇ ਨੇ, ਉਹਨਾਂ ਤੱਕ ਮੇਰੀ ਪਹੁੰਚ ਨਹੀਂ ਹੈਗੀ। ਉਹ ਵੱਡੇ ਲੀਡਰ ਨੇ। ਇਨਸਟੈਡ ਆਫ ਇਸ ਮਸਲੇ ਨੂੰ ਸ਼ਾਂਤਮਈ ਤਰੀਕੇ ਨਾਲ ਹੱਲ ਕਰਨ ਦੇ ਦਿੱਤੇ ਜਾਂਦੇ ਨੇ ਜੋ ਇਸ ਅੰਦੋਲਨ ਨੂੰ ਹੋਰ ਤੇਜ਼ ਕਰ ਰਹੇ ਨੇ। ਇਹ ਤਾਂ ਮੰਨ ਰਹੇ ਹੋ ਬੀਜੇਪੀ ਦੇ ਲੀਡਰ ਕੁਝ ਐਸੇ ਬਿਆਨ ਦੇ ਜਾਂਦੇ ਨੇ। ਇਹ ਵੀ ਦੁਰਭਾਗਿਆਪੂਰਨ ਹੈ ਭੈਣ ਜੀ, ਦੁਰਭਾਗਿਆਪੂਰਨ ਹੈ। ਮੈਂ ਹੋਰ ਕੀ ਕਰ ਸਕਦਾ? ਮੈਂ ਪਛਤਾਵਾ ਵੀ ਕਰ ਸਕਣਾ, ਅਫਸੋਸ ਵੀ ਜ਼ਾਹਿਰ ਕਰ ਸਕਣਾ। ਜਿਨ੍ਹਾਂ ਨੂੰ ਅੱਗ ਬੁਝਾਉਣੀ ਚਾਹੀਦੀ ਸੀ ਉਹ ਅੱਗ ਲਾਣਗੇ ਤੇ ਫਿਰ ਇਹ ਕਿਸ ਤਰ੍ਹਾਂ ਗੱਲਾਂ ਹੱਲ ਹੋਣਗੀਆਂ? ਤੁਸੀਂ ਆਪੇ ਦੱਸੋ। ਬਿਲਕੁਲ ਮਾਸਟਰ ਮੋਹਨ ਲਾਲ ਜੀ, ਤੁਸੀਂ ਆਵਾਜ਼ ਚੁੱਕਣੀ ਸ਼ੁਰੂ ਕੀਤੀ ਹੈ। ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਨੂੰ ਸੁਣਨਾ ਚਾਹੀਦਾ, ਤੇ ਤੁਹਾਡੇ ਪਾਰਟੀ ਦੇ ਕੁਝ ਲੀਡਰ ਖਫਾ ਹੋ ਗਏ ਨੇ, ਇਹ ਕਹਿ ਰਹੇ ਨੇ ਕਿ ਤੁਹਾਨੂੰ ਪਾਰਟੀ ਹੀ ਛੱਡ ਦੇਣੀ ਚਾਹੀਦੀ ਹੈ। ਚਲੋ ਜੀ, ਉਹ ਤੇ ਕੁਝ ਵੀ ਕਹਿ ਸਕਦੇ ਨੇ। ਮੈਂ ਸਮਝਿਆ ਜੀ ਉਹ ਲੀਡਰ ਦੇ ਸਰਵ ਸ਼ਕਤੀਮਾਨ ਹੈ। ਪਾਰਟੀ ਮੇਰੀ ਮਾਂ ਜੇ, ਪਾਰਟੀ ਦਾ ਮੈਂ ਇੱਕ ਛੋਟਾ ਜਿੰਨਾ ਘਟਕ ਹਾਂ। ਮੈਂ ਪਾਰਟੀ ਜਿਹੜੇ ਲੀਡਰ ਮੇਰੇ ਬੜਾ ਖਿਲਾਫ ਬਿਆਨ ਦਿੰਦੇ ਨੇ, ਉਹ ਉਸ ਲਈ ਜੰਮੇ ਨਹੀਂ ਸੀ ਜਦੋਂ ਮੈਂ ਪਾਰਟੀ ਖੜੀ ਕੀਤੀ ਹੈ, ਜਨਸੰਘ ਦੀਆਂ ਲਾਠੀਆਂ ਖਾਧੀਆਂ। ਮੈਂ ਸਟੇਜ ਤੇ ਬੋਲਦਾ ਸੀਗਾ ਤੇ ਜੀਪ ਪੁਲਿਸ ਲਿਆ ਨਹੀਂ ਚੁੱਕ ਕਰਕੇ ਥਾਣੇ ਬਿਠਾਉਂਦੀ, 4 ਦਿਨ ਬਾਅਦ ਕੱਢਦੀ ਸੀ ਮੈਨੂੰ। ਮੈਂ ਪੈਦਲ ਚੱਲ ਕਰਕੇ ਗੁਰਦਾਸਪੁਰ ਦੇ ਫਤਿਹਗੜ੍ਹ, ਚੂੜੀਆਂ, ਬਟਾਲਾ ਤੋਂ ਲੈ ਕਰਕੇ ਦੁਨੇਰੇ ਤੱਕ ਪੈਦਲ ਚੱਲਿਆ। ਉਸ ਲਈ ਮੇਰੇ ਕੋਲ ਸਾਈਕਲ ਵੀ ਨਹੀਂ ਸੀ ਹੁੰਦਾ। ਤੇ ਜਿਹੜੇ ਲੋਕੀ ਮੇਰੇ ਖਿਲਾਫ ਬਿਆਨ ਦਿੰਦੇ ਨੇ, ਮੈਂ ਉਹਨਾਂ ਦਾ ਰਿਣੀ ਆ ਭਾਈ, ਹੋਰ ਬਿਆਨ ਦਿਓ। ਉਹ ਕੱਢ ਦੇਣ ਪਾਰਟੀ ਚੋਂ, ਕੀ ਫਰਕ ਪੈਂਦਾ? ਜੇ ਮੇਰੇ ਇਸ ਕਹਿਣ ਨਾਲ ਕਿ ਕਿਸਾਨਾਂ ਦੀ ਗੱਲ ਸੁਣੀ ਜਾਏ, ਪਾਰਟੀ ਮੈਨੂੰ ਕੱਢਣਾ ਚਾਹੁੰਦੀ ਤੇ ਕੱਢ ਦੇ, ਮੈਂ ਕੀ ਕਰ ਸਕਦਾ? ਮੇਰੀ ਥੋੜੀ ਚੱਲਣੀ ਹੈ ਕੋਈ। ਇਹ ਤੇ ਉਹਨਾਂ ਲੀਡਰਾਂ ਦੀ ਚੱਲਣੀ ਹੈ ਨਾ, ਜਿਹਨਾਂ ਲੋਕਾਂ ਨੇ ਮੈਨੂੰ ਕੱਢਣਾ।
ਉਹ ਕੱਢ ਦੇਣ, ਮੈਂ ਥੋੜਾ ਕਹਿ ਸਕਦਾ। ਮੈਂ ਤੇ ਇੰਨੀ ਗੱਲ ਕਹਿ ਰਿਹਾ ਕਿ ਕਿਸਾਨਾਂ ਨੂੰ ਟੇਬਲ ਟਾਕ ਤੇ ਬਿਠਾਓ। ਅੱਜ ਵੀ ਕਵਾਂਗਾ, ਆਉਣ ਵਾਲੇ ਵਕਤ ਕਿਸਾਨ ਇਹ ਮੰਗ ਕਰ ਰਹੇ ਨੇ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਅਸੀਂ ਉਮੀਦ ਕਰੀਏ ਜੋ ਤੁਸੀਂ ਕਹਿ ਰਹੇ ਹੋ 20 ਦਿਨ ਬਾਅਦ ਗੱਲਬਾਤ ਹੋਵੇਗੀ, ਕਾਨੂੰਨ ਰੱਦ ਕਰਨ ਬਾਰੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਕਹਿ ਸਕਦੇ ਨੇ। ਲੈਟ ਦੀ ਟੇਬਲ ਟਾਕ ਸਟਾਰਟਸ। ਗੱਲਾਂ ਸ਼ੁਰੂ ਤੇ ਹੋਣ ਲਿਓ। 11 ਵਾਰੀ ਗੱਲਾਂ ਹੋ ਚੁੱਕੀਆਂ, 11 ਵਾਰੀ ਗੱਲਾਂ ਹੋ ਚੁੱਕੀਆਂ। 22 ਜਨਵਰੀ 11 ਦੌਰ ਦੀ ਗੱਲਬਾਤ ਹੋ ਚੁੱਕੀ ਹੈ, ਕੁਝ ਨਿਕਲਿਆ ਨਹੀਂ। ਉਸ ਤੋਂ ਬਾਅਦ ਦੇਖੋ ਇਹ 3 ਮੈਂਬਰੀ ਕਮੇਟੀ ਜੋ ਤੁਸੀਂ ਕਹਿ ਰਹੇ ਹੋ ਤੁਹਾਡੇ ਕਹਿਣ ਤੇ ਬਣਾਈ ਗਈ ਹੈ, ਤੁਹਾਡੇ ਬਿਆਨ ਸੁਣਨ ਤੋਂ ਬਾਅਦ ਬੀਜੇਪੀ ਨੇ ਬਣਾਈ ਹੈ। ਉਸ ਤੋਂ ਚੰਗਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਿਸਾਨਾਂ ਦੀ ਚਿੱਠੀ ਦਾ ਜਵਾਬ ਦੇ ਦਿੰਦੇ, ਹੱਲ ਹੋ ਜਾਣੀ ਸੀ ਗੱਲ, ਉਦੋਂ ਹੀ ਮੀਟਿੰਗ ਸ਼ੁਰੂ ਹੋ ਜਾਣੀ ਸੀ। ਆਖਰ ਚਿੱਠੀ ਦਾ ਜਵਾਬ ਕਿਉਂ ਨਹੀਂ ਦਿੱਤਾ ਗਿਆ? ਦੇਖੋ ਭੈਣ ਜੀ, ਮੈਂ ਨਾ ਜੀ, ਤੁਸੀਂ ਬੁਰਾ ਨਾ ਮੰਨਿਓ, ਕੋਰੋਨਾ ਮਹਾਮਾਰੀ ਨੇ ਸਾਰੇ ਦੇਸ਼ ਦੀ ਸਾਰੀ ਅਰਥ ਵਿਵਸਥਾ ਨੂੰ, ਸਾਰੀਆਂ ਗੱਲਾਂ ਬਾਤਾਂ ਨੂੰ, ਸਾਰੀਆਂ ਪਾਲਿਸੀਆਂ ਨੂੰ, ਸਾਰੀਆਂ ਨੀਤੀਆਂ ਨੂੰ ਤਹਿਸ-ਨਹਿਸ ਕਰਤਾ। ਇਸ ਮਹਾਮਾਰੀ ਨੇ ਨਰਿੰਦਰ ਮੋਦੀ ਲੋਕਾਂ ਦੀ ਜ਼ਿੰਦਗੀ ਬਚਾਉਣ 'ਚ ਲੱਗੇਗਾ ਕਿ ਇਹ ਗੱਲਾਂ ਕਿਸਾਨ ਅੰਦੋਲਨ ਦੀਆਂ ਸੁਣਨ ਵੱਲ ਸਭ ਤੋਂ ਪਹਿਲੇ ਧਿਆਨ ਦੇਗਾ। ਕਿਸਾਨ ਜਥੇਬੰਦੀਆਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਕੋਰੋਨਾ ਦੀ ਇਸ ਮਹਾਮਾਰੀ 'ਚ ਥੋੜੀ ਦਰਿਆਦਿਲੀ ਦੱਸਣ, ਇੰਨਾ ਐਜੀਟੇਟਡ ਨਾ ਹੋਣ ਕਿ ਵੀ ਅਸੀਂ 3 ਕਾਨੂੰਨ ਰੱਦ ਕਰਾ ਕੇ ਟੇਬਲ ਟਾਕ ਤੇ ਜਾਣਾ। ਤੁਸੀਂ ਟੇਬਲ ਟਾਕ ਤੇ ਬੈਠੋ। ਤੁਸੀਂ ਕਹਿ ਰਹੇ ਹੋ ਕਿਸਾਨ ਦਿਲ ਘੁੱਟ ਕੇ ਚੱਲ ਰਹੇ ਨੇ, ਪਰ ਕਿਸਾਨ ਕਹਿ ਰਹੇ ਨੇ ਮੋਦੀ ਸਰਕਾਰ ਅੜੀਅਲ ਹੈ, ਉਹ ਝੁਕਣਾ ਨਹੀਂ ਚਾਹੁੰਦੀ। ਮੋਦੀ ਸਾਹਿਬ ਲੋਕਾਂ ਦੇ ਦੁੱਖ ਔਰ ਦਰਦ ਨੂੰ ਜਦੋਂ ਪੈਦਾ ਹੋਏ ਸੀ ਉਸ ਨੂੰ ਸਮਝਣਾ ਸ਼ੁਰੂ ਕੀਤਾ ਸੀ। ਉਹ ਆਦਮੀ ਸਰਬ ਸਧਾਰਨ ਇੱਕ ਗਰੀਬ ਪਰਿਵਾਰ ਚੋਂ ਨਿਕਲ ਕਰਕੇ ਆਇਆ। ਨਾ ਉਹਦੇ 'ਚ ਆਕੜ ਹੈ, ਨਾ ਅਭਿਮਾਨ ਹੈ। ਉਹ ਇਸ ਦੇਸ਼ ਦੇ ਸਵਾਭਿਮਾਨ ਲਈ, ਇਸ ਦੇਸ਼ ਦੀ ਏਕਤਾ ਅਖੰਡਤਾ ਲਈ ਔਰ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਭਾਵਨਾ ਨਾਲ ਕੰਮ ਕਰ ਰਿਹਾ ਹੈ। ਲੇਕਿਨ ਕਿਸਾਨ ਅੰਦੋਲਨ ਯਕੀਨੀ ਤੌਰ ਤੇ ਇੱਕ ਦੁਖਦਾਈ ਅੰਦੋਲਨ ਚੱਲ ਰਿਹਾ ਹੈ ਜਿਹਦੇ ਨਾਲ ਸਰਕਾਰ ਦੀ ਇਮੇਜ ਖਰਾਬ ਹੋ ਰਹੀ ਹੈ। ਇਸੇ ਕਰਕੇ ਮੈਂ ਕਹਿ ਰਿਹਾ ਨਾ ਕਿ ਗੱਲਬਾਤ ਫਿਰ ਅੰਦੋਲਨ ਖਤਮ ਕਰ ਦੇਣਾ ਚਾਹੀਦਾ ਸੀ। ਹੁਣ ਤੱਕ ਕੋਈ ਹੱਲ ਹੋ ਜਾਣਾ ਚਾਹੀਦਾ ਸੀ। ਬੀਜੇਪੀ ਡੋਂਟ ਵਰੀ ਭੈਣ ਜੀ, ਡੋਂਟ ਵਰੀ, ਚਿੰਤਾ ਨਾ ਕਰੋ ਕਿਸਾਨੋ, ਤਗੜੇ ਹੋ, ਚਿੰਤਾ ਨਾ ਕਰੋ। ਮੋਦੀ ਇਜ਼ ਕਮਿੰਗ, ਅਮਿਤ ਸ਼ਾਹ ਇਜ਼ ਕਮਿੰਗ, ਹੀ ਇਜ਼ ਰੈਡੀ ਟੂ ਟਾਕ ਵਿਦ ਦੀ ਫਾਰਮਰਸ। ਕਿਸਾਨਾਂ ਦੇ ਅੰਦੋਲਨਕਾਰੀਆਂ ਨਾਲ ਗੱਲ ਕਰਨ ਨੂੰ ਤਿਆਰ ਹੈ। 20 ਦਿਨ ਦਾ ਵਕਫਾ ਦਿਓ, ਸਾਰੀਆਂ ਗੱਲਾਂ ਠੀਕ ਹੋ ਜਾਣਗੀਆਂ। ਇਹਨੇ ਆਤਮ ਵਿਸ਼ਵਾਸ ਤਾਂ ਤੁਸੀਂ ਕਿਉਂ ਕਹਿ ਰਹੇ ਹੋ? ਕੀ ਕੋਈ ਗੱਲ ਹੋਈ ਹੈ ਤੁਹਾਡੀ ਅੱਗੇ ਕੇਂਦਰੀ ਲੀਡਰਸ਼ਿਪ? ਨਹੀਂ, ਮੇਰੀ ਮੈਂ ਨਾ ਜੀ, ਮੈਨੂੰ ਆਭਾਸ ਹੋ ਰਿਹਾ, ਆਭਾਸ, ਅੰਤਰਾਤਮਾ ਮੇਰੀ ਆਵਾਜ਼ ਦੇ ਰਹੀ ਹੈ ਕਿ ਦਿਸ ਅੰਦੋਲਨ ਇਜ਼ ਗੋਇੰਗ ਟੂ ਬੀ ਫਿਨਿਸ਼ਡ। ਇਹ ਅੰਦੋਲਨ ਖਤਮ ਹੋ ਰਿਹਾ ਹੈ, ਮੇਰੀ ਅੰਤਰਾਤਮਾ कह रही है। और मोदी और अमित शाह की जोड़ी ने खत्म करना जे। मोदी और अमित शाह ने हर गल संभव जे। ये अंदोलन इन्ना लंबा चले गए, ये अनफॉर्चुनेट जे, लेकिन हुण बड़ा फॉर्चुनेट होने वाला जे। ये मैनू आभास हो रहा है क्योंकि मैं ईश्वर पे विश्वास करने वाला आदमी है, ध्यान करने वाला आदमी है। ठीक है, 20 दिन बाद अगर कुछ ना होया तो फिर तुसी की कहोगे? फिर सरकार दे पैर फड़ लांगे, फिर की करना? मैं इस तो बद की कर सकना? सरकार दे पैर ही फड़ सकना, बीजेपी दे पैर ही फड़ सकना ना। जिस बीजेपी ने मास्टर मोहन लाल दा रुतबा बनाया, उस पार्टी दे हर आदमी दे कदमां दे विच अपना सिर झुकावांगा। किसान अंदोलन देश हित नहीं हैगा, ये मैं कहूँगा। मोहन लाल जी देर नहीं करते तुसी? नहीं, मैं तो 4 महीने दे लगे ना। 4 महीने पहले मेरे 4 महीने से पहले एक ग्रेवाल ते बिल्कुल मास्टर मोहन लाल जी, ਤੁਸੀਂ ਤਾਂ ਪੰਜਾਬ ਤੋਂ 1 ਸਾਲ ਹੋ ਗਿਆ ਪੰਜਾਬ ਦੇ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ ਸੀ। ਉਦੋਂ ਕੇਂਦਰ ਦੀ ਲੀਡਰਸ਼ਿਪ ਨੇ ਚਾਹੇ ਨਹੀਂ ਸਮਝਿਆ ਹੋਵੇਗਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਨੂੰ ਚਾਹੇ ਆਭਾਸ ਨਹੀਂ ਹੋਇਆ ਹੋਵੇਗਾ, ਪਰ ਤੁਸੀਂ ਤਾਂ ਪੰਜਾਬ ਦੀ ਸਿਆਸਤ ਨੂੰ, ਪੰਜਾਬ ਦੇ ਹਾਲਾਤਾਂ ਨੂੰ ਸਮਝਦੇ ਹੋ। ਉਦੋਂ ਹੀ ਲੱਗ ਰਿਹਾ ਸੀ ਕਿ ਅੰਦੋਲਨ ਵੱਡਾ ਹੋਵੇਗਾ, ਪਰ ਗੰਭੀਰਤਾ ਨਾਲ ਲਿਆ ਨਹੀਂ ਗਿਆ। ਤੁਸੀਂ ਵੀ 4 ਮਹੀਨੇ ਬਾਅਦ, मतलब 4 ਮਹੀਨੇ ਪਹਿਲਾਂ ਜਾਗੇ ਹੋ, 1 ਸਾਲ ਹੋ ਗਿਆ। ਠੀਕ ਕਹਿ ਰਹੇ ਹੋ, ਠੀਕ ਕਹਿ ਰਹੇ ਹੋ। ਇਹਦੀ ਤੁਸੀਂ ਮਾਫੀ ਦੇ ਸਕਦੇ ਹੋ ਸਾਨੂੰ ਭੈਣ ਜੀ? ਇਹਦੇ ਤੇ ਮਾਫੀ ਮੰਗ ਸਕਦੇ ਹਾਂ, ਅਸੀਂ ਕੀ ਕਰ ਸਕਦੇ ਹਾਂ? ਲੇਕਿਨ ਕਿਸਾਨ, ਬਿਲਕੁਲ ਕਿਸਾਨ ਇਹ ਗੱਲਾਂ ਕਹਿ ਰਹੇ ਨੇ। ਅੱਜ ਅੰਦੋਲਨ ਜੋ ਹੈ ਇੰਨਾ ਵੱਡਾ ਚੱਲ ਰਿਹਾ ਹੈ, ਸਿਰਫ ਪੰਜਾਬ ਦੇ ਕਿਸਾਨ ਨਹੀਂ, ਹਰਿਆਣਾ ਦੇ, ਪੱਛਮੀ ਯੂਪੀ ਦੇ ਕਿਸਾਨ ਨੇ, ਹੋਰ ਵੱਖ-ਵੱਖ ਸੂਬਿਆਂ ਤੋਂ ਕਿਸਾਨਾਂ ਨੂੰ ਸਹਿਯੋਗ ਮਿਲ ਰਿਹਾ ਹੈ। ਸੋ ਬੀਜੇਪੀ ਦਾ ਇਸ ਪੂਰੇ ਅੰਦੋਲਨ 'ਚ ਇੱਕ ਫੇਲੀਅਰ ਤਾਂ ਰਿਹਾ ਹੈ। ਇਹ ਹੈ ਪਰ ਕਿਸਾਨ ਮੇਰਾ ਪਰਿਵਾਰ ਜੇ। ਮੈਂ ਖੁਦ ਕਿਸਾਨ ਹਾਂ, ਭਾਵੇਂ ਮੇਰੀ ਸਾਰੀ ਜ਼ਮੀਨ ਬੱਚਿਆਂ ਨੂੰ ਪੜ੍ਹਾਉਂਦੇ ਵਿਕ ਗਈ, ਪਰ ਮੈਂ ਕਿਸਾਨ ਹਾਂ। ਇੱਕ ਕਿਸਾਨਾਂ ਦਾ ਦਰਦ ਸਮਝਣਾ, ਇਹ ਅੰਨਦਾਤਾ ਦੇ ਅੱਗੇ ਸਿਰ ਝੁਕਾ ਕੇ ਗੱਲ ਕਰ ਰਹੇ ਹਾਂ। ਇਹ ਅੰਦੋਲਨ ਲੰਬਾ ਚੱਲ ਗਿਆ, ਇਹਦਾ ਬੜਾ ਦੁੱਖ ਜੇ ਮੈਨੂੰ। ਹਿਰਦੇ ਤੋਂ ਦੁੱਖ ਜੇ, ਬੁੱਲ ਤੋਂ ਨਹੀਂ, ਮੂੰਹ ਤੋਂ ਨਹੀਂ, ਸ਼ਬਦਾਂ ਤੋਂ ਨਹੀਂ, ਹਿਰਦੇ ਤੋਂ ਦੁੱਖ ਜੇ।
और ਜਿਹੜੇ ਕਿਸਾਨ 500 ਮਰ ਗਏ ਆ ਉਹਨਾਂ ਦੇ ਪ੍ਰਤੀ ਮੇਰੇ ਔਰ ਮੇਰੇ ਪਰਿਵਾਰ ਦੀ ਵੀ ਹਮਦਰਦੀ ਜੇ। ਹਾਂਜੀ ਹੋਰ ਭੈਣ ਜੀ, ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਨੇ, ਤੁਸੀਂ ਕਿਵੇਂ ਦੇਖਦੇ ਹੋ ਨਾ ਕਾਨੂੰਨਾਂ ਨੂੰ? ਕਿਸਾਨ ਕਹਿ ਰਹੇ ਨੇ ਸਾਡੇ ਖਿਲਾਫ ਨੇ, ਕਾਰਪੋਰੇਟ ਘਰਾਣੇ ਜੋ ਨੇ ਉਹ ਮਾਲਕ ਹੋ ਜਾਣਗੇ, ਉਹਨਾਂ ਨੂੰ ਵਧਾਵਾ ਦੇ ਰਹੀ ਹੈ ਬੀਜੇਪੀ ਸਰਕਾਰ। ਤੁਸੀਂ ਕਿਵੇਂ ਦੇਖਦੇ ਹੋ ਤਿੰਨੋਂ ਖੇਤੀ ਕਾਨੂੰਨਾਂ ਨੂੰ? ਸਰਕਾਰ ਕਹਿ ਰਹੀ ਹੈ ਭੈਣ ਜੀ, ਸਰਕਾਰ ਪਤਾ ਕੀ ਕਹਿ ਰਹੀ ਹੈ? ਇਹ ਕਿਸਾਨ ਹਿਤੈਸ਼ੀ ਨੇ, ਕਿਸਾਨ ਦੀ ਫਸਲ ਦਾ ਦੁੱਗਣਾ ਮੁੱਲ ਕਰਾਂਗੇ, ਤੁਸੀਂ ਕੀ ਹੀਰੋ ਜਵਾਬ ਪੰਜਾਬ ਦੇ ਕਿਸਾਨਾਂ ਨੂੰ ਤੁਹਾਡੀ ਹੋਣੀ ਹੈ, ਤੁਸੀਂ ਦੱਸੋ। ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਸਾਰੀਆਂ ਗੱਲਾਂ ਦੀ ਸਾਰਟ ਆਊਟ, ਇਹ ਗੱਲਾਂ ਦਾ ਸਾਰਿਆਂ ਦਾ ਸਮਾਧਾਨ ਟੇਬਲ ਟਾਕਸ ਹੈ। ਗੱਲਬਾਤ ਦੀ ਮੇਜ਼ ਤੇ ਇਹਨਾਂ ਸਾਰੀਆਂ ਗੱਲਾਂ ਦਾ ਰੱਦ ਹੋਣੇ ਨੇ ਤਾਂ ਵੀ, ਜਾਂ ਕਿਸਾਨਾਂ ਨੇ ਸਰਕਾਰ ਦੀ ਗੱਲ ਮੰਨਣੀ ਹੈ ਜਾਂ ਸਰਕਾਰ ਨੇ ਆਪਣੀ ਗੱਲ ਮਨਾਣੀ ਹੈ। ਇਹਦਾ ਸੋਲੂਸ਼ਨ, ਇਸ ਗੱਲ ਦਾ ਸੋਲੂਸ਼ਨ ਟੇਬਲ ਟਾਕਸ ਹੈ। ਟੇਬਲ ਟਾਕਸ ਡੈਮੋਕ੍ਰੇਸੀ ਦੇ ਅੰਦਰ, ਡੈਮੋਕ੍ਰੇਸੀ ਚ ਭੈਣ ਜੀ। ਹਾਂ ਰਾਈਟ, ਅਸੀਂ ਤੁਹਾਨੂੰ ਪੁੱਛ ਰਹੇ ਹਾਂ ਕਿ ਤੁਹਾਨੂੰ ਲੱਗਦਾ ਹੈ ਤਿੰਨੋਂ ਖੇਤੀ ਕਾਨੂੰਨ ਕਿਸਾਨ ਹਿਤੈਸ਼ੀ ਨੇ ਜੋ ਬੀਜੇਪੀ ਕਹਿ ਰਹੀ ਹੈ? ਕਿਉਂਕਿ ਕਿਸਾਨ ਕਹਿ ਰਹੇ ਨੇ ਕਿਸਾਨ ਵਿਰੋਧੀ ਹੈ। ਤੁਹਾਡਾ ਕੀ ਵਿਊ ਪੁਆਇੰਟ ਹੈ? ਕਿਸਾਨ ਸੁਣਨਾ ਚਾਹੁੰਦੇ ਨੇ, ਪੰਜਾਬ ਦੇ ਲੋਕ ਸੁਣਨਾ ਚਾਹੁੰਦੇ ਨੇ ਤੁਹਾਡੇ ਕੋਲ? ਦੇਖੋ ਭੈਣ ਜੀ, ਮੈਂ ਕੋਈ ਕਮੈਂਟ ਇਸ ਵੇਲੇ ਕਰਾਂ ਇਹ ਮੈਨੂੰ ਗਲਤ ਸਮਝਿਆ ਜਾਏਗਾ। ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ, ਪਰ ਮੈਂ ਸਰਕਾਰ ਦੇ ਅੱਗੇ ਸਿਰ ਝੁਕਾ ਕੇ ਅਦਬ ਨਾਲ ਬੇਨਤੀ ਜ਼ਰੂਰ ਕਰਨਾ ਚਾਹੁੰਦਾ, ਕਿਸਾਨਾਂ ਦੀ ਆਵਾਜ਼ ਸੁਣੋ, ਕਿਸਾਨਾਂ ਦੀ ਆਵਾਜ਼ ਸੁਣੋ। ਕਿਸਾਨ ਸੜਕਾਂ ਤੇ ਰੁਲ ਰਿਹਾ ਜੇ, ਔਰ ਪੰਜਾਬ ਬੀਜੇਪੀ ਜਿਹੜੀ ਹੈ ਉਸ ਦੀ ਹਾਲਤ ਵੀ ਦੇਖ ਲਵੋ। ਸਾਰੇ ਜਿੱਥੇ ਜਾਂਦੇ ਨੇ ਕਿਸਾਨ ਘੇਰ ਲੈਂਦੇ ਨੇ, ਲਾਠੀਆਂ ਔਰ ਮਾਂ ਭੈਣ ਦੀਆਂ ਗਾਲਾਂ ਕੱਢਦੇ ਨੇ। ਬੀਜੇਪੀ ਇਸ ਸਾਰੀ ਸੀਰੀਅਸਨੈਸ ਨੂੰ, ਗੰਭੀਰਤਾ ਨੂੰ ਸਮਝਣ ਦੀ ਕੋਸ਼ਿਸ਼ ਕਰੇ। ਮੇਰੀ ਗੱਲ ਦਾ ਬੁਰਾ ਨਾ ਬੀਜੇਪੀ ਮੰਨੇ, ਮੈਨੂੰ ਕੱਢਣ ਦੀ ਗੱਲ ਨਾ ਕਰੇ ਪਾਰਟੀ ਚੋਂ। ਅਗਰ ਤੁਸੀਂ ਕਿਹਾ ਇਹ ਬਿੱਲ ਕਿਸਾਨ ਵਿਰੋਧੀ ਨੇ ਤਾਂ ਬੀਜੇਪੀ ਦੇ ਲੀਡਰ ਜਿਹੜੇ ਉਹ ਬੁਰਾ ਮੰਨ ਜਾਣਗੇ, ਤੁਹਾਨੂੰ ਨੁਕਸਾਨ ਹੋਵੇਗਾ। ਤੁਸੀਂ ਕਿਸਾਨ ਹਿਤੈਸ਼ੀ ਇਸ ਲਈ ਨਹੀਂ ਕਹਿ ਰਹੇ ਕਿਉਂਕਿ ਕਿਸਾਨਾਂ ਦਾ ਵਿਰੋਧ ਚੱਲਣਾ ਪਵੇਗਾ? ਨਹੀਂ ਜੀ, ਐਸੀ ਕੋਈ ਗੱਲ ਨਹੀਂ। ਵਿਰੋਧ ਅੱਗੇ ਵੀ ਚੱਲ ਰਿਹਾ ਸੀ, ਕੋਈ ਗੱਲ ਨਹੀਂ। ਵਿਰੋਧ ਦਾ ਕੀ, ਆਪਣੇ ਭਰਾ ਨੇ, ਆਪਣੇ ਭਰਾ ਦਾ ਵਿਰੋਧ ਨਹੀਂ ਚੱਲ ਸਕਦੇ ਅਸੀਂ? ਕਿਸਾਨ ਕੋਈ ਵੱਖਰੇ ਨੇ? ਇਸ ਦੇਸ਼ ਦੇ ਬਸ਼ਿੰਦੇ ਨੇ, ਭਾਵੇਂ ਉਹ ਕਮਿਊਨਿਸਟ ਨੇ ਭਾਵੇਂ ਕੁਛ ਨੇ। ਸਾਡਾ ਵਿਰੋਧ ਸਿਰਫ ਉਹਨਾਂ ਲੋਕਾਂ ਨਾਲ ਹੈ ਜਿਹੜੇ ਦੇਸ਼ ਦਰੋਹੀ ਗੱਲਾਂ ਕਰਦੇ ਨੇ। ਕਿਸਾਨ ਤੇ ਸਾਡੇ ਦੇਸ਼ ਦਾ ਮਾਲਿਕ ਹੈ, ਰਖਵਾਲਾ ਹੈ, ਅੰਨਦਾਤਾ ਹੈ ਸਾਡਾ। ਅਸੀਂ ਅੱਗੇ ਤੇ ਸਿਰ ਝੁਕਾਉਂਦੇ ਹਾਂ, ਕਿਸਾਨਾਂ ਨਾਲ ਸਾਡਾ ਕੋਈ ਵਿਰੋਧ ਨਹੀਂ ਜੇ। ਔਰ ਅਸੀਂ ਵੀ ਚਾਹੁੰਦੇ ਹਾਂ ਕਿ ਟੇਬਲ ਟਾਕ ਦੇ ਉੱਤੇ ਬੈਠ ਕਰਕੇ ਕਿਸਾਨਾਂ ਦੇ ਇੱਕ ਚੋਣ ਰੱਦ ਹੋਣ, ਕਿਉਂ ਨਹੀਂ ਹੋਣ? ਬਿਲਕੁਲ ਮਾਸਟਰ ਮੋਹਨ ਲਾਲ ਜੀ, ਬੀਜੇਪੀ ਦੇ ਲੀਡਰ ਕੁਝ ਇਹ ਕਹਿ ਰਹੇ ਨੇ ਕਿ ਕਿਸਾਨਾਂ ਨੂੰ ਵਰਗਲਾਇਆ ਗਿਆ ਹੈ, ਉਹਨਾਂ ਨੂੰ ਗੁੰਮਰਾਹ ਕੀਤਾ ਗਿਆ ਹੈ, ਇਸ ਲਈ ਉਹ ਬਾਰਡਰ ਤੇ ਬੈਠੇ ਨੇ। ਤੁਹਾਡਾ ਕੀ ਮੰਨਣਾ ਹੈ? ਭੈਣ ਜੀ, ਇਹ ਗੱਲਾਂ ਕਹਿ ਕੇ ਅਸੀਂ ਕਿਸਾਨਾਂ ਨੂੰ ਭੜਕਾਵਾਂਗੇ ਨਾ ਕਿ ਵਰਗਲਾਇਆ ਗਿਆ ਹੈ। ਕੌਣ ਕਿਸੇ ਨੂੰ ਵਰਗਲਾਉਂਦਾ? ਡੈਮੋਕ੍ਰੇਸੀ ਹਰ ਆਦਮੀ ਮਾਲਿਕ ਹੈ। ਵਿਅਕਤਿਤਵ ਹੈ ਇੱਕ ਆਦਮੀ ਦਾ, ਇੱਕ ਆਦਮੀ ਦਾ ਵਿਅਕਤਿਤਵ ਹੈ, ਇੱਕ ਆਦਮੀ ਇੰਪੋਰਟੈਂਟ ਹੈ, ਇੱਕ ਆਦਮੀ ਦੇ ਵਿਚਾਰ ਇੰਪੋਰਟੈਂਟ ਹੈ। ਇਹ ਵਰਗਲਾਉਣ ਜੀ ਕਿੱਥੋਂ ਆ ਗਏ ਹੋ? ਬਿਲਕੁਲ ਮਾਸਟਰ ਮੋਹਨ ਲਾਲ ਜੀ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਡੈਮੋਕ੍ਰੇਸੀ 'ਚ ਹਰ ਕਿਸੇ ਨੂੰ ਹੱਕ ਹੈ ਤੇ ਕਿਸੇ ਨੂੰ ਕੋਈ ਬਣਾ ਨਹੀਂ ਸਕਦਾ, ਪਰ ਇਹ ਗੱਲ ਤੁਹਾਨੂੰ ਆਪਣੀ ਪਾਰਟੀ ਨੂੰ ਵੀ ਸਮਝਾਉਣੀ ਪਏਗੀ। ਪੰਜਾਬ ਬੀਜੇਪੀ ਦੇ ਜਿੰਨੇ ਲੀਡਰਸ ਦੇ ਨਾਲ ਮੈਂ ਗੱਲ ਕੀਤੀ ਹੈ, ਜਾਂ ਦੁਸ਼ਯੰਤ ਗੌਤਮ ਜੀ ਨਾਲ ਗੱਲ ਕੀਤੀ ਹੈ, ਹਰਜੀਤ ਗਰੇਵਾਲ ਜੀ ਨਾਲ ਗੱਲ ਕੀਤੀ ਹੈ, ਉਹੀ ਕਹਿੰਦੇ ਨੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ ਹੈ। ਵੱਡੇ ਲੀਡਰਾਂ ਦੇ ਬਾਰੇ 'ਚ ਭੈਣ ਜੀ ਕੋਈ ਕਮੈਂਟ ਮੇਰੇ ਕੋਲ ਨਾ ਮੰਗੋ। ਮੈਂ ਵੱਡੇ ਲੀਡਰਾਂ ਦੇ ਬਾਰੇ 'ਚ ਮੈਂ ਤੇ ਬੜਾ ਛੋਟਾ ਜਿਹਾ ਉਹਨਾਂ ਦੇ ਪੈਰਾਂ ਦੀ ਧੂਲ ਹਾਂ। ਦੇ ਆਰ ਵੈਰੀ ਬਿਗ ਲੀਡਰ। ਉਹ ਕੀ ਕਮੈਂਟ ਕਰਦੇ ਨੇ ਇਹਦੇ ਬਾਰੇ 'ਚ ਮੈਂ ਕੋਈ ਕਮੈਂਟ ਨਹੀਂ ਕਰਾਂਗਾ। ਸਿਰਫ ਮੈਂ ਇੰਨਾ ਕਹਾਂਗਾ, ਟੇਬਲ ਟਾਕਸ ਤੇ ਕਿਸਾਨਾਂ ਨੂੰ ਬਿਠਾ ਕੇ ਉਹਨਾਂ ਦੀਆਂ ਗੱਲਾਂ ਸੁਣੋ। ਹਰ ਸੂਰਤ ਤੇ ਡੈਡਲਾਕ ਖਤਮ ਹੋਣਾ ਚਾਹੀਦਾ। ਦੇਸ਼, ਸਮਾਜ ਔਰ ਭਾਰਤੀ ਜਨਤਾ ਪਾਰਟੀ ਨੂੰ ਪੇ ਨਹੀਂ ਕਰ ਰਿਹਾ ਕਿਸਾਨ ਅੰਦੋਲਨ। ਮੈਂ ਇਹ ਬੇਨਤੀ ਕਰ ਰਿਹਾ, ਆਖਿਰਲੀ ਸ਼ਬਦ ਔਰ ਪਹਿਲੇ ਸ਼ਬਦ ਮੇਰੇ ਇਹੀ ਨੇ। ਔਰ ਮੈਂ ਤੁਹਾਡੇ ਮਾਧਿਅਮ ਨਾਲ ਭੈਣ ਜੀ ਇਹ ਬੇਨਤੀ ਕਰ ਦੇਣਾ ਬੀਜੇਪੀ ਨੂੰ ਕਿ ਜਿਹੜੀ 3 ਮੈਂਬਰੀ ਕਮੇਟੀ ਬਣਾਈ ਜਲਦੀ ਕਰੇ, ਉਹਨਾਂ ਦਾ ਅੰਦੋਲਨ ਖਤਮ ਕਰਾਓ। ਸ਼ੁਕਰ ਹੈ ਪੰਜਾਬ ਭਾਰਤੀ ਜਨਤਾ ਪਾਰਟੀ ਨੇ ਮੇਰੀਆਂ ਟੁੱਟੀਆਂ ਫੁੱਟੀਆਂ ਗੱਲਾਂ ਨੂੰ ਮੰਨਦੇ ਹੋਏ ਇੱਕ ਕਮੇਟੀ ਬਣਾ ਲਈ ਹੈ 3 ਮੈਂਬਰਾਂ ਦੀ। ਇਸ 3 ਮੈਂਬਰੀ ਚ ਕੌਣ ਹੈ ਤੁਸੀਂ ਦੱਸੋ ਜ਼ਰਾ? ਇਸ 3 ਮੈਂਬਰੀ ਕਮੇਟੀ ਚ ਕੌਣ ਹੈ? ਇਹ ਦੇਖੋ ਜੀ, ਅਸ਼ਵਨੀ ਸ਼ਰਮਾ ਦੀ ਅਧਿਕਸ਼ਤਾ 'ਚ ਸਾਡੇ ਸੀਨੀਅਰ ਲੀਡਰ ਮਦਨ ਮੋਹਨ ਮਿੱਤਲ ਜੀ ਨੇ ਤੇ ਇੱਕ ਹੋਰ ਜਨਰਲ ਸੈਕਟਰੀ। ਇਹਨਾਂ ਤਿੰਨਾਂ ਨੇ ਜਾਣਾ ਹੈ, ਕਿਸਾਨਾਂ ਦੀ ਜਥੇਬੰਦੀਆਂ ਨੂੰ ਮਿਲਣਾ ਹੈ, ਉਹਨਾਂ ਨੂੰ ਕਹਿਣਾ ਚਲੋ ਵੀ ਅਸੀਂ ਤੁਹਾਡੇ ਨਾਲ ਚੱਲਦੇ ਹਾਂ, ਜਿਹਦੇ ਨਾਲ ਤੁਸੀਂ ਜਿਸ ਲੀਡਰ ਨਾਲ ਗੱਲ ਕਰਨਾ ਚਾਹੁੰਦੇ ਹੋ ਅਸੀਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਹਾਂ। ਇਹ ਕੱਲ ਹੀ ਮੈਂ ਦੇਖਿਆ ਟੀਵੀ 'ਚ ਬਿਆਨ ਮਦਨ ਮੋਹਨ ਮਿੱਤਲ ਦਾ। ਮੈਨੂੰ ਬੜੀ ਖੁਸ਼ੀ ਹੋਈ ਕਿ ਮੇਰੇ ਇਹ ਥੋੜੇ ਜਿਹੜੇ ਟੁੱਟੇ ਫੁੱਟੇ ਵਿਚਾਰ ਸੀ ਬੀਜੇਪੀ ਪੰਜਾਬ ਨੇ ਸਵੀਕਾਰ ਕਰ ਰਹੇ ਨੇ, ਉਹਨਾਂ ਦੀ ਮਿਹਰਬਾਨੀ ਹੈ। ਬਿਲਕੁਲ ਮਾਸਟਰ ਜੀ ਨੇ ਤੁਸੀਂ ਸਮਝ ਰਹੇ ਹੋਵੋਗੇ ਕਿ ਅਗਰ ਐਵੇਂ ਹੀ ਮਾਹੌਲ ਰਿਹਾ ਤਾਂ 2022 ਚ ਬੀਜੇਪੀ ਦੇ ਲਈ ਮੁਸ਼ਕਿਲ ਹੋ ਜਾਏਗੀ ਪੰਜਾਬ ਦੇ ਵਿੱਚ। ਤੁਹਾਨੂੰ ਲੱਗ ਰਿਹਾ ਕਿ ਇਸ ਹਾਲਾਤ ਦੇ ਵਿੱਚ ਬੀਜੇਪੀ ਦੀ ਪੰਜਾਬ 'ਚ ਇੱਕ ਵੀ ਸੀਟ ਆਏਗੀ?
ਜੋ ਦਾਵਾ ਕੀਤਾ ਜਾ ਰਿਹਾ ਹੈ? ਕੱਲ ਕੀ ਹੋਣਾ ਭੈਣ ਜੀ, ਇਹਦੇ ਬਾਰੇ ਚ ਅਸੀਂ ਕੀ ਕਰ ਸਕਦੇ? ਕੱਲ ਕੀ ਹੋਣਾ? ਆਦਮੀ ਨੂੰ ਹਮੇਸ਼ਾ ਅੱਜ ਜੋ ਦੌਰ ਗੁਜ਼ਰ ਰਿਹਾ ਹੈ ਉਸ ਦੇ ਉੱਤੇ ਵਿਸ਼ਵਾਸ ਕਰਕੇ ਚੱਲਣਾ ਚਾਹੀਦਾ। ਕੱਲ ਤੇ ਅਸੀਂ ਸਾਰੇ ਮਰ ਜਾਾਂਗੇ, ਕੱਲ ਕਿਹੜੇ ਬਚੇ ਹੋਏ ਇੱਥੇ? ਅਸੀਂ ਰਾਜਨੀਤੀ 'ਚ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਸਸ਼ਕਤ ਹੋ ਕੇ ਨਿਕਲੇਗੀ, ਕਿਸਾਨ ਅੰਦੋਲਨ ਖਤਮ ਹੋਏਗਾ। ਤੁਸੀਂ ਵਿਸ਼ਵਾਸ ਕਰ ਲਓ ਮੇਰੀ ਗੱਲ ਦਾ ਕਿ ਇਹ ਅੰਦੋਲਨ ਖਤਮ ਹੋਏਗਾ। ਕਿਸਾਨਾਂ ਦੇ ਪ੍ਰਤੀ ਭਾਰਤੀ ਜਨਤਾ ਪਾਰਟੀ ਦੀ ਕੇਂਦਰਸ਼ਿਪ ਦੀ ਵੀ ਹਮਦਰਦੀ ਹੈ, ਪੰਜਾਬ ਦੀ ਲੀਡਰਸ਼ਿਪ ਦੀ ਵੀ ਹਮਦਰਦੀ ਹੈ ਔਰ ਪੰਜਾਬ ਦੇ ਹਰ ਆਦਮੀ ਦੀ ਹਮਦਰਦੀ ਹੈ। ਮੈਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਆਪ ਹੈ, ਕਾਂਗਰਸ ਹੈ, ਸ਼੍ਰੋਮਣੀ ਅਕਾਲੀ ਦਲ ਹੈ, ਇਹਨਾਂ ਦੇ ਤਿੰਨੇ ਮੁੱਖ ਮੰਤਰੀ ਜਾਣ ਮੋਦੀ ਸਾਹਿਬ ਨਾਲ ਮਿਲਣ, 2 ਮਿੰਟ 'ਚ ਮਸਲਾ ਹੱਲ ਹੋ ਜਾਂਦਾ। ਮੇਰੀ ਗੱਲ ਤੇ ਮੰਨ ਹੀ ਨਹੀਂ ਰਹੇ। ਨਾ ਪ੍ਰਕਾਸ਼ ਸਿੰਘ ਬਾਦਲ ਜੀ ਮੰਨ ਰਹੇ ਨੇ, ਸਰਦਾਰ ਅਮਰਿੰਦਰ ਸਿੰਘ ਮੰਨ ਰਹੇ ਨੇ, ਨਾ ਕੇਜਰੀਵਾਲ ਜੀ ਮੰਨ ਰਹੇ ਨੇ। ਇਹ ਤਿੰਨੇ ਆਦਮੀ ਦੀ ਕਮੇਟੀ ਬਣ ਕਰਕੇ ਵੈਸੇ ਸਰਕਾਰੀ ਤੌਰ ਤੇ ਮੋਦੀ ਸਾਹਿਬ ਕੋਲ ਟਾਈਮ ਲੈ, ਚੀਫ ਮਿਨਿਸਟਰ ਤੇ 2 ਮਿੰਟ 'ਚ ਟਾਈਮ ਲੈ ਲੈਂਦੇ ਨੇ। ਸਾਨੂੰ ਤੇ 100 ਬਰਾ ਲੱਗ ਜਾਏਗਾ ਕਿਸੇ ਦਾ ਟਾਈਮ ਲੈਣ ਦੇ, ਇਹਨਾਂ ਨੂੰ ਤੇ 2 ਮਿੰਟ 'ਚ ਟਾਈਮ ਮਿਲ ਜਾਣਾ। ਜਾ ਕਰਕੇ ਮਸਲਾ ਹੱਲ ਕਰਨ। ਪ੍ਰਕਾਸ਼ ਸਿੰਘ ਬਾਦਲ ਨੂੰ ਸਾਡੇ ਮੋਦੀ ਸਾਹਿਬ ਪਿਓ ਦੇ ਬਰਾਬਰ ਦਾ ਇੱਜ਼ਤ ਮਾਨ ਸਨਮਾਨ ਦਿੰਦੇ ਨੇ। ਪਤਾ ਨਹੀਂ ਪ੍ਰਕਾਸ਼ ਸਿੰਘ ਬਾਦਲ ਇੱਕ ਕਦਮ ਅੱਗੇ ਕਿਉਂ ਨਹੀਂ ਵਧੇ ਕਿਸਾਨਾਂ ਦੇ ਵਾਸਤੇ ਜਾ ਕਰਕੇ ਡੈਡਲਾਕ ਖਤਮ ਕਰਨ ਵਾਸਤੇ। ਚਲੋ ਠੀਕ ਹੈ, 20 दिन बाद ਗੱਲਬਾਤ ਸ਼ੁਰੂ ਹੋ ਜਾਏਗੀ, 20 दिन तक ਹੱਲ ਨਿਕਲ ਆਵੇਗਾ, ਹੱਲ ਨਿਕਲੇਗਾ 20 दिन ਮੈਨੂੰ ਲੱਗਦਾ ਜੀ, ਮੈਨੂੰ ਆਈ ਐਮ ਹੋਪਫੁਲ, ਮੈਨੂੰ ਵਿਸ਼ਵਾਸ ਹੈ ਬਿਲਕੁਲ ਮਾਸਟਰ ਮੋਹਨ ਲਾਲ ਜੀ, ਅਸੀਂ ਤੁਹਾਡੇ ਤੇ ਵਿਸ਼ਵਾਸ ਕਰਦੇ ਹਾਂ। 20 दिन ਬਾਅਦ ਅਸੀਂ ਦੁਬਾਰਾ ਤੋਂ ਇੱਕ ਗੱਲਬਾਤ ਕਰਾਂਗੇ। ਜੋ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਹਮਦਰਦੀ ਵਿਖਾ ਰਹੀ ਹੈ, ਅਸੀਂ ਉਮੀਦ ਕਰਦੇ ਹਾਂ ਅਗਰ ਹਮਦਰਦੀ ਹੈ ਉਸ ਦਾ ਅਸਰ ਵੀ ਦੇਖਣ ਨੂੰ ਮਿਲੇ, ਕਿਸਾਨ ਅੰਦੋਲਨ ਖਤਮ ਹੋਵੇ, ਕਿਉਂਕਿ 6 ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ। ਗੱਲਬਾਤ ਤੁਹਾਡੀ ਚਿੰਤਾ ਹੀ ਬਾਤ ਹੈ। ਦਾ ਜਵਾਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਰੂਰ ਦੇ। 2022 ਦੀਆਂ ਚੋਣਾਂ ਵੀ ਨੇੜੇ ਨੇ ਤੇ ਐਸੇ ਹਾਲਾਤ ਦੇ ਵਿੱਚ ਬੀਜੇਪੀ ਦੇ ਲਈ ਚੋਣਾਂ ਨਾਲ ਤੁਸੀਂ ਬਾਰ-ਬਾਰ ਚੋਣਾਂ ਨਾਲ ਨਾ ਜੋੜੋ। ਚੋਣਾਂ ਬੜੀਆਂ ਹਾਰੀਆਂ ਸੀ, ਸਾਰੀ ਜ਼ਿੰਦਗੀ 'ਚ ਚੋਣਾਂ ਹਾਰਦੇ ਰਹੇ ਆ ਭੈਣ ਜੀ। ਅਸੀਂ ਕਿਹੜੀ ਚੋਣ ਜਿੱਤੀ ਹੈ? ਇਹ ਤੇ 7 ਸਾਲ ਹੋਇਆ ਜਾਂ ਵਾਜਪੇਈ ਦੇ ਵੇਲੇ ਜਿੱਤੀਆਂ ਕਿਹੜੀਆਂ ਨੇ? ਅਸੀਂ ਸਾਰੀ ਜ਼ਿੰਦਗੀ 1984 'ਚ ਪਾਰਲੀਮੈਂਟ ਦੀਆਂ 2 ਸੀਟਾਂ ਆਈਆਂ ਤੁਹਾਨੂੰ, ਤਾਂ ਅਸੀਂ ਕਿਉਂ ਘਬਰਾਇਆ? ਮੈਂ ਜ਼ਿੰਦਗੀ 'ਚ ਮੇਰੇ ਖਿਆਲ 7-8 ਇਲੈਕਸ਼ਨ ਹਾਰ ਗਿਆ ਤੇ ਕੋਈ ਘਬਰਾਇਆ? ਅਸੀਂ ਇਲੈਕਸ਼ਨ ਤੋਂ ਹਾਰਦੀ ਜਿੱਤ ਦੀ ਕੋਈ ਗੱਲ ਨਹੀਂ। ਕਿਸਾਨਾਂ ਨਾਲ ਸਾਡੀ ਕੋਈ ਰਾਜਨੀਤੀ ਨਹੀਂ ਜੀ, ਕੋਈ ਇਲੈਕਸ਼ਨ ਦਾ ਮੁੱਦਾ ਨਹੀਂ ਜੀ। ਕਿਸਾਨਾਂ ਦਾ ਇੱਕੋ ਇੱਕ ਗੱਲ ਹੈ, ਹੱਲ ਪਰ ਉੱਠ ਕੇ ਹੀ ਇਸ ਮੁੱਦੇ ਦਾ ਹੱਲ ਹੋਵੇ, ਕਿਸਾਨਾਂ ਦੀ ਸੁਣਵਾਈ ਹੋਵੇ, ਗੱਲਬਾਤ ਸ਼ੁਰੂ ਹੋਵੇ।